ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵੀਡੀਓ ਵੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਹੀ ਹੈ। ਇਹ ਉਸ ਸਮੇਂ ਦਾ ਇਤਿਹਾਸ ਦਾ ਵਰਣਨ ਆਪਾਂ ਕਰਾਂਗੇ ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਜੋ ਕੈਦ ਕਰ ਲਿਆ ਗਿਆ, ਠੰਡੇ ਬੁਰਜ ਵਿੱਚ ਬੰਦ ਕਰ ਦਿੱਤਾ ਗਿਆ। ਉਧਰ ਵਜੀਦ ਖਾਨ ਦੀ ਜਿਹੜੀ ਸਭਾ ਲੱਗੀ ਹੋਈ ਹੈ, ਸਭਾ ਦੇ ਵਿੱਚ ਇਹ ਵਿਚਾਰ ਕੀਤਾ ਜਾਣਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਫੜਿਆ ਗਿਆ ਹੈ, ਉਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ। ਸਾਰੇ ਆਲੇ ਦੁਆਲੇ ਦੇ ਜਿਹੜੇ ਵੱਡੇ ਕਰਿੰਦੇ ਸਨ, ਉਹ ਸਾਰੇ ਪਤਵੰਤੇ ਸੱਜਣ ਸਮੇਂ ਦੀ ਸਰਕਾਰ ਦੇ ਕਚਹਿਰੀ ਵਿੱਚ ਹਾਜ਼ਰ ਸਨ। ਵਜੀਦ ਖਾਨ ਨੇ ਜੋ ਹੈ ਇੱਕ ਰੰਗੜ ਜੋ ਉੱਥੇ ਪਿੱਛੇ ਬੈਠਾ ਸੀ, ਉਸ ਨੂੰ ਹੁਕਮ ਕੀਤਾ ਕਿ ਜਾਓ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਕੋਲੋਂ ਬੁਲਾ ਕੇ ਕਚਹਿਰੀ ਵਿੱਚ ਲਿਆਓ। ਇਹ ਮਰਿੰਡੇ ਦਾ ਰੰਗੜ ਮਾਤਾ ਜੀ ਕੋਲ ਗਿਆ, ਜਾ ਕੇ ਕਿਹਾ ਕਿ ਵਜੀਦ ਖਾਨ ਨੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਬੁਲਾਇਆ ਹੈ, ਇਹਨਾਂ ਨੂੰ ਮੇਰੇ ਨਾਲ ਭੇਜੋ। ਜਦੋਂ ਮਾਤਾ ਜੀ ਨੇ ਗੱਲ ਸੁਣੀ, ਉਹਨਾਂ ਨੇ ਅੱਗੋਂ ਕਿਹਾ ਵੀ ਇਹ ਤਾਂ ਮੇਰੇ ਪਾਲਕ ਪੁੱਤਰ ਹਨ, ਗੁਰੂ ਗੋਬਿੰਦ ਸਿੰਘ ਦੇ ਪੁੱਤਰ, ਮੈਨੂੰ ਪਤਾ ਨਹੀਂ ਉਹ ਕਿੱਥੇ ਹਨ, ਅਤੇ ਇਹ ਮੈਂ ਪੁੱਤਰ ਪਾਲੇ ਹੋਏ ਹਨ, ਭਾਵ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨਹੀਂ ਹਨ। ਤਾਂ ਉਹ ਰੰਗੜ ਵਾਪਸ ਆ ਗਿਆ। ਵਾਪਸ ਆ ਕੇ ਕਚਹਿਰੀ ਵਿੱਚ ਉਸਨੇ ਦੱਸਿਆ ਕਿ ਮਾਤਾ ਜੀ ਨਾਲ ਗੱਲਬਾਤ ਹੋਈ ਹੈ। ਮਾਤਾ ਜੀ ਨੇ ਇਹ ਕਿਹਾ ਹੈ ਕਿ ਇਹ ਜਿਹੜੇ ਬੱਚੇ ਨੇ ਇਹ ਉਹਨਾਂ ਦੇ ਪਾਲਕ ਪੁੱਤਰ ਹਨ। ਉੱਥੇ ਸੁੱਚਾਨੰਦ ਖੱਤਰੀ ਬੈਠਾ ਸੀ, ਉਸਨੇ ਕਿਹਾ ਕਿ ਮਾਤਾ ਜੀ ਬਿਲਕੁਲ ਝੂਠ ਬੋਲ ਰਹੇ ਹਨ, ਇਹ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਹਨ। ਸੋ ਕਿਉਂਕਿ ਇਹ ਵੀ ਲਿਖਿਆ ਹੈ ਕਿ ਸੁੱਚਾਨੰਦ ਨੇ ਗੁਰੂ ਘਰ ਵਿਖੇ ਆਪਣੀ ਲੜਕੀ ਦਾ ਰਿਸ਼ਤਾ ਕਰਨਾ ਚਾਹਿਆ ਸੀ, ਕਿਸੇ ਕਾਰਨ ਕਰਕੇ ਉਹ ਰਿਸ਼ਤਾ ਨਹੀਂ ਹੋ ਸਕਿਆ, ਇਸ ਕਰਕੇ ਉਹ ਗੁਰੂ ਘਰ ਨਾਲ ਨਾਰਾਜ਼ ਸੀ। ਫਿਰ ਦੁਬਾਰਾ ਉਸ ਰੰਗੜ ਨੂੰ ਭੇਜਿਆ ਗਿਆ ਕਿ ਜਾਓ ਬੱਚਿਆਂ ਨੂੰ ਬੁਲਾ ਕੇ ਲਿਆਓ। ਦੁਬਾਰਾ ਫਿਰ ਉਹ ਰੰਗੜ ਮਾਤਾ ਜੀ ਦੇ ਕੋਲ ਗਿਆ। ਮਾਤਾ ਗੁਜਰੀ ਜੀ ਨੂੰ ਕਹਿਣ ਲੱਗਿਆ ਕਿ ਭਈ ਕਚਹਿਰੀ ਵਿੱਚ ਸਿਰਫ ਉਹਨਾਂ ਨੇ ਗੱਲਬਾਤ ਕਰਨੀ ਹੈ, ਗੱਲਬਾਤ ਤੋਂ ਬਾਅਦ ਮੈਂ ਇਹਨਾਂ ਨੂੰ ਵਾਪਸ ਲੈ ਆਵਾਂਗਾ, ਇਸ ਕਰਕੇ ਤੁਸੀਂ ਬੱਚਿਆਂ ਨੂੰ ਮੇਰੇ ਨਾਲ ਭੇਜ ਦਿਓ। ਬੱਚੇ ਤਿਆਰ ਹੋ ਗਏ। ਮਾਤਾ ਜੀ ਨੇ ਦੋਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਉਸ ਰੰਗੜ ਦੇ ਨਾਲ ਭੇਜ ਦਿੱਤਾ ਕਚਹਿਰੀ ਦੇ ਵਿੱਚ। ਰਸਤੇ ਵਿੱਚ ਰੰਗੜ ਜੋ ਹੈ ਆਪਣੀਆਂ ਗੱਲਾਂ ਬਾਤਾਂ ਕਰਦਾ ਬੱਚਿਆਂ ਨਾਲ ਜਾ ਰਿਹਾ। ਜਦੋਂ ਕਚਹਿਰੀ ਦੇ ਨੇੜੇ ਪਹੁੰਚਿਆ ਤਾਂ ਉਸਨੇ ਬੱਚਿਆਂ ਨੂੰ ਕਿਹਾ ਕਿ ਭਈ ਤੁਹਾਡੇ ਦੋਨੋਂ ਭਰਾ ਸ਼ਹੀਦ ਹੋ ਚੁੱਕੇ ਆ, ਮਾਰੇ ਜਾ ਚੁੱਕੇ ਹਨ, ਤੁਹਾਡੇ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ, ਹੁਣ ਤੁਹਾਡਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ, ਚੰਗਾ ਹੈ ਇਸਲਾਮ ਕਬੂਲ ਕਰ ਲਓ, ਤੁਸੀਂ ਇਸ ਸਰਦਾਰ ਵਜੀਦ ਖਾਨ ਦੀ ਜੋ ਹੈ ਅਧੀਨ ਮੰਨ ਲਓ, ਮੁਸਲਮਾਨ ਬਣ ਜਾਓ, ਅਤੇ ਤੁਹਾਨੂੰ ਐਸ਼ ਦੀ ਜ਼ਿੰਦਗੀ ਮਿਲੇਗੀ, ਤੁਹਾਨੂੰ ਸਿਪਾਹੀ ਮਿਲਣਗੇ, ਫੌਜਾਂ ਮਿਲਣਗੀਆਂ, ਸਾਰੀ ਜ਼ਿੰਦਗੀ ਤੁਸੀਂ ਬੜੀ ਆਰਾਮ ਨਾਲ ਗੁਜ਼ਾਰੋਗੇ। ਇਸ ਤਰ੍ਹਾਂ ਗੱਲਾਂ ਕਰਦੇ ਕਚਹਿਰੀ ਵਿੱਚ ਪਹੁੰਚ ਗਏ। ਕਚਹਿਰੀ ਵਿੱਚ ਜਾ ਕੇ ਵੀ ਇਹੀ ਉਹਨਾਂ ਨੂੰ ਹੁਕਮ ਹੋਇਆ ਵੀ ਤੁਸੀਂ ਇਸਲਾਮ ਕਬੂਲ ਕਰ ਲਓ, ਜੇ ਨਹੀਂ ਕਰੋਗੇ ਤਾਂ ਫਿਰ ਤੁਸੀਂ ਮਾਰੇ ਜਾਓਗੇ, ਤੁਹਾਨੂੰ ਜਾਨ ਤੋਂ ਖਤਮ ਕਰ ਦਿੱਤਾ ਜਾਵੇਗਾ। ਜਦੋਂ ਇਹ ਗੱਲਾਂ ਹੋ ਰਹੀਆਂ ਸਨ ਤਾਂ ਜ਼ੋਰਾਵਰ ਸਿੰਘ ਨੇ ਫਤਿਹ ਸਿੰਘ ਨੂੰ ਪੁੱਛਿਆ ਵੀ ਕਿਹਾ ਕਿ ਸਾਨੂੰ ਜੋ ਬਾਬੇ ਆਪਣੇ ਗੁਰੂ ਤੇਗ ਬਹਾਦਰ ਦੇ ਰਸਤੇ 'ਤੇ ਚੱਲਣਾ ਚਾਹੀਦਾ ਹੈ, ਤੇਰਾ ਕੀ ਵਿਚਾਰ ਹੈ। ਅੱਗੋਂ ਫਤਿਹ ਸਿੰਘ ਨੇ ਜਵਾਬ ਦਿੱਤਾ ਕਿ ਬਿਲਕੁਲ ਅਸੀਂ ਇਹ ਨਹੀਂ ਮੰਨਾਂਗੇ ਅਤੇ ਅਸੀਂ ਆਪਣੇ ਬਾਬੇ ਦੇ ਪੈਰਾਂ 'ਤੇ ਚੱਲਾਂਗੇ, ਉਹਨਾਂ ਦੀ ਪੈੜਾਂ 'ਤੇ ਅੱਗੇ ਚੱਲ ਕੇ ਸ਼ਹੀਦੀ ਦੇਵਾਂਗੇ। ਇਸ ਸਾਡੀ ਸ਼ਹੀਦੀ ਦੇਣ ਨਾਲ ਜੋ ਤੁਰਕ ਹੈ ਇਹਨਾਂ ਦੇ ਰਾਜ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ ਔਰ ਹਿੰਦੂ ਧਰਮ ਦਾ ਉਥਾਨ ਹੋਏਗਾ, ਭਾਵ ਹਿੰਦੂ ਧਰਮ ਜਾਗ ਜਾਏਗਾ, ਇਸ ਦੀ ਤਰੱਕੀ ਹੋਏਗੀ। ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਬਹੁਤ ਕੁਝ ਹੋਇਆ, ਪਰ ਸਾਹਿਬਜ਼ਾਦਿਆਂ ਨੇ ਉਹਨਾਂ ਦੀ ਇਹ ਨਾ ਮੰਨੀ। ਤਾਂ ਆਖਰ ਵਜੀਦ ਖਾਨ ਨੇ ਆਪਣੇ ਅੱਗੇ ਦੇਖਿਆ, ਸਾਰੇ ਨੀਵੀਆਂ ਪਾ ਕੇ ਬੈਠੇ ਸਨ। ਮਲੇਰਕੋਟਲੇ ਦੇ ਨਵਾਬ ਨੇ ਕਿਹਾ ਕਿ ਇਹ ਬੱਚੇ ਨੇ, ਛੋਟੇ ਨੇ,
ਇਹਨਾਂ ਦਾ ਕੀ ਦੋਸ਼ ਹੈ, ਇਹਨਾਂ ਨੂੰ ਕੀ ਪਤਾ ਵੀ ਲੜਾਈ ਕੀ ਹੁੰਦੀ ਹੈ, ਇਹ ਜ਼ਿਆਦਤੀ ਹੈ, ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ। ਉਸੇ ਸਮੇਂ ਸੁੱਚਾਨੰਦ ਨੇ ਕਿਹਾ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹਨ, ਸੱਪ ਦੇ ਬੱਚੇ ਹਨ, ਇਹ ਵੱਡੇ ਹੋ ਕੇ ਜ਼ਹਿਰ ਫੈਲਾਉਣਗੇ, ਵੱਡੇ ਹੋ ਕੇ ਵੱਡੀ ਜੰਗ ਕਰਨਗੇ, ਉਸ ਵੇਲੇ ਇਹਨਾਂ ਨੂੰ ਕਾਬੂ ਕਰਨਾ ਔਖਾ ਹੋਏਗਾ। ਹੁਣ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਇਹ ਸੋਚ ਕੇ ਫੈਸਲਾ ਕਚਹਿਰੀ ਵਿੱਚ ਇਹ ਹੋਇਆ ਕਿ ਇਹਨਾਂ ਨੂੰ ਕਤਲ ਕਰ ਦਿੱਤਾ ਜਾਵੇ। ਵਜ਼ੀਰ ਖਾਨ ਨੇ ਆਪਣੇ ਸਾਹਮਣੇ ਦੇਖਿਆ, ਸਾਰੇ ਨੀਵੀਆਂ ਪਾ ਕੇ ਬੈਠੇ ਹੋਏ ਸਨ। ਭਾਵ ਸਭਾ ਦੇ ਵਿੱਚ ਸਾਰੇ ਇਸ ਚੀਜ਼ ਨੂੰ ਸ਼ਰਮ ਮਹਿਸੂਸ ਕਰਦੇ ਸਨ, ਬੁਰੀ ਗੱਲ ਮਹਿਸੂਸ ਕਰਦੇ ਸਨ ਕਿ ਇਹ ਛੋਟੇ ਬੱਚਿਆਂ ਨੂੰ ਕਤਲ ਕਰਨਾ ਇਹ ਸ਼ਰਅ ਅਨੁਸਾਰ ਵੀ ਪਾਪ ਹੈ। ਉਹਨੂੰ ਆਪਣੇ ਖੱਬੇ ਦੇਖਿਆ, ਸੱਜੇ ਦੇਖਿਆ, ਕੋਈ ਵੀ ਸਿਰ ਚੁੱਕ ਕੇ ਨਹੀਂ ਬੈਠਾ ਸੀ। ਪਿਛਲੇ ਪਾਸੇ ਦੇਖਿਆ ਤੇ ਇੱਕ ਮੁਸਲਮਾਨ ਮਿਲਿਆ ਜਿਹੜਾ ਬਹੁਤ ਬਹਾਦਰ ਸੀ। ਉਸ ਨੂੰ ਵਜ਼ੀਰ ਖਾਨ ਨੇ ਬੁਲਾਇਆ ਅਤੇ ਕਿਹਾ, ਇਹਨਾਂ ਬੱਚਿਆਂ ਨੂੰ ਪਿੱਛੇ ਲਿਜਾ ਕੇ, ਸਭਾ ਦੇ ਪਿੱਛੇ ਲਿਜਾ ਕੇ ਕਤਲ ਕਰ ਦਿਓ। ਉਸ ਮੁਸਲਮਾਨ ਨੇ, ਜਿਸ ਨੂੰ ਇਹ ਹੁਕਮ ਹੋਇਆ ਸੀ, ਉਸਨੇ ਬੱਚਿਆਂ ਨੂੰ ਫੜਿਆ, ਪਿਛਲੇ ਪਾਸੇ ਲਿਜਾ ਕੇ ਉਹਨਾਂ ਨੂੰ ਪਹਿਲੇ ਜ਼ੋਰਾਵਰ ਸਿੰਘ ਨੂੰ ਉਸਨੇ ਕਤਲ ਕੀਤਾ, ਬਾਅਦ ਦੇ ਵਿੱਚ ਫਤਿਹ ਸਿੰਘ ਨੂੰ ਕਤਲ ਕਰ ਦਿੱਤਾ। ਇਸ ਤਰ੍ਹਾਂ ਕਰਕੇ ਉੱਥੇ ਇੱਕ ਸਿੱਖ ਸੀ ਜਿਹੜਾ ਗੁਰੂ ਦਾ ਭਗਤ ਸੀ, ਉਸ ਟੋਡਰਮਲ, ਉਹ ਕਿਤੇ ਬਾਹਰ ਗਿਆ ਹੋਇਆ ਸੀ। ਉਸ ਨੂੰ ਪਤਾ ਲੱਗਾ ਕਿ ਕਚਹਿਰੀ ਵਿੱਚ ਅੱਜ ਫੈਸਲਾ ਹੋਣਾ। ਉਹ ਮਨ ਵਿੱਚ ਸੋਚ ਰਿਹਾ ਸੀ ਵੀ ਕੁਝ ਵੀ ਹੋਵੇ ਇਹਨਾਂ ਨੂੰ ਬਚਾਉਣਾ ਹੈ। ਇਹ ਕਹਾਣੀ ਅਨੁਸਾਰ ਮੈਂ ਸੁਣਾ ਰਿਹਾ ਹਾਂ, ਅੱਗੇ ਇਸ ਦਾ ਅਸੀਂ ਵਿਸ਼ਲੇਸ਼ਣ ਕਰਾਂਗੇ। ਪਰ ਜਦੋਂ ਤੱਕ ਉਹ ਸਰਹੰਦ ਪੁੱਜਾ ਤਦ ਤੱਕ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਜਾ ਚੁੱਕਾ ਸੀ। ਉਹ ਫਿਰ ਭੱਜਾ ਮਾਤਾ ਜੀ ਦੇ ਕੋਲ ਗਿਆ। ਮਾਤਾ ਜੀ ਬੱਚਿਆਂ ਦੀ ਇੰਤਜ਼ਾਰ ਕਰ ਰਹੇ ਸਨ। ਉਸਨੇ ਪੁੱਛਿਆ ਕਿ ਭਾਈ ਤੂੰ ਕੌਣ ਹੈ? ਉਹ ਕਿਹਾ ਵੀ ਮੈਂ ਟੋਡਰਮਲ ਬੜਾ ਹੀ ਮਸੋਸਿਆ ਹੋਇਆ ਸੀ, ਅੱਖਾਂ 'ਚੋਂ ਉਹਦੇ ਪਾਣੀ ਵਹਿ ਰਿਹਾ ਸੀ, ਉਸ ਦਾ ਮੂੰਹ ਅਥਰੂਆਂ ਦੇ ਨਾਲ ਧੋਤਾ ਗਿਆ, ਭਾਵ ਬਹੁਤ ਬੁਰੀ ਹਾਲਤ ਸੀ। ਮਾਤਾ ਜੀ ਨੇ ਪੁੱਛਿਆ ਤੂੰ ਕੌਣ ਹੈ, ਇਸ ਹਾਲਤ ਵਿੱਚ ਕਿਉਂ ਹੈ? ਤਾਂ ਟੋਡਰਮਲ ਨੇ ਦੱਸਿਆ ਕਿ ਮੈਂ ਗੁਰੂ ਦਾ ਸਿੱਖ ਟੋਡਰਮਲ ਹਾਂ। ਉਹ ਮਾਤਾ ਜੀ ਨੇ ਕਿਹਾ ਸਾਹਿਬਜ਼ਾਦੇ? ਉਸਨੇ ਕਿਹਾ ਸਾਹਿਬਜ਼ਾਦੇ ਤਾਂ ਸ਼ਹੀਦ ਹੋ ਚੁੱਕੇ ਹਨ, ਮਾਰੇ ਜਾ ਚੁੱਕੇ ਹਨ। ਮਾਤਾ ਜੀ ਨੇ ਜਦੋਂ ਇਹ ਗੱਲ ਸੁਣੀ, ਗਸੀ ਖਾ ਕੇ ਉਹਨਾਂ ਨੂੰ ਦੰਦਲ ਪੈ ਗਈ, ਉਹ ਜ਼ਮੀਨ 'ਤੇ ਡਿੱਗ ਪਏ। ਟੋਡਰਮਲ ਨੇ ਮਾਤਾ ਜੀ ਨੂੰ ਸੰਭਾਲਿਆ, ਉਹਨਾਂ ਦੀ ਦੰਦਲ ਤੋੜੀ। ਤਾਂ ਫਿਰ ਕੁਛ ਦੇਰ ਬਾਅਦ ਜਦੋਂ ਫਿਰ ਮਾਤਾ ਜੀ ਨੂੰ ਹੋਸ਼ ਆਇਆ ਤੇ ਮਾਤਾ ਜੀ ਫਿਰ ਕਹਿਣ ਲੱਗੇ ਕਿ ਭਾਈ ਮੇਰੇ ਸਾਹਿਬਜ਼ਾਦੇ ਕਿੱਥੇ ਹਨ? ਫਿਰ ਟੋਡਰਮਲ ਨੇ ਦੱਸਿਆ ਕਿ ਸਾਹਿਬਜ਼ਾਦਿਆਂ ਨੂੰ ਤਾਂ ਮੇਰੇ ਸਾਹਮਣੇ ਕਤਲ ਕਰ ਦਿੱਤਾ ਗਿਆ ਹੈ, ਉਹ ਹੁਣ ਇਸ ਦੁਨੀਆ ਵਿੱਚ ਨਹੀਂ ਹਨ, ਉਹਨਾਂ ਦੀ ਮੌਤ ਹੋ ਚੁੱਕੀ ਹੈ। ਤਾਂ ਮਾਤਾ ਜੀ ਇਸ ਸਦਮੇ ਨੂੰ ਸਹਾਰ ਨਾ ਸਕੇ, ਖੜੇ ਹੋ ਕੇ ਉਸਨੇ ਬੁਰਜ ਵਿੱਚ ਮਾਤਾ ਜੀ ਨੇ ਸਿਰ ਮਾਰਿਆ। ਮਾਤਾ ਜੀ ਦਾ ਮੱਥਾ ਫਟ ਗਿਆ, ਮੱਥੇ ਵਿੱਚੋਂ ਬਹੁਤ ਖੂਨ ਵਹਿਣ ਲੱਗ ਗਿਆ। ਟੋਡਰਮਲ ਨੇ ਮਾਤਾ ਜੀ ਨੂੰ ਸੰਭਾਲਿਆ, ਹੌਸਲਾ ਦੇ ਰਹੇ ਸੀ, ਪਰ ਮਾਤਾ ਜੀ ਦੀ ਹਾਲਤ ਬਹੁਤ ਖਰਾਬ ਸੀ। ਮਾਤਾ ਜੀ ਕਹਿ ਰਹੇ ਸਨ ਮੈਂ ਜਲਦੀ ਮਰਨਾ ਚਾਹੁੰਦੀ ਹਾਂ, ਮੈਂ ਆਪਣੇ ਬੱਚਿਆਂ ਨਾਲ ਜਾ ਕੇ ਮਿਲਣਾ ਹੈ। ਤੇ ਮਾਤਾ ਜੀ ਇਸ ਤਰ੍ਹਾਂ ਕਹਿ ਰਹੀ ਸੀ। ਟੋਡਰਮਲ ਨੇ ਆਪਣੀ ਛਾਪ ਵੱਲ ਦੇਖਿਆ, ਉਸਨੇ ਇੱਕ ਮੁੰਦਰੀ ਪਾਈ ਹੋਈ ਸੀ, ਛਾਪ ਪਾਈ ਹੋਈ ਸੀ। ਛਾਪ ਦੇ ਵਿੱਚ ਇੱਕ ਜੋ ਹੀਰਾ ਸੀ, ਹੀਰਾ ਉਸ ਵਿੱਚ ਜੜਿਆ ਹੋਇਆ ਸੀ। ਮਾਤਾ ਜੀ ਟੋਡਰਮਲ ਨੂੰ ਕਹਿ ਰਹੀ ਸੀ ਕਿ ਮੇਰੇ ਮਰਨ ਦਾ ਕੁਝ ਪ੍ਰਬੰਧ ਕਰੋ, ਮੈਂ ਜਲਦੀ ਮਰ ਕੇ ਆਪਣੇ ਪੋਤਿਆਂ ਦੇ ਨਾਲ ਮਿਲਣਾ ਹੈ। ਟੋਡਰਮਲ ਨੇ ਕਿਹਾ ਮੇਰੀ ਮੁੰਦਰੀ ਦੇ ਵਿੱਚ ਹੀਰਾ ਹੈ, ਹੀਰਾ ਖਾ ਕੇ ਮੌਤ ਤਾਂ ਹੋ ਜਾਏਗੀ, ਪਰ ਮੈਂ ਇਹ ਗੁਨਾਹ ਨਹੀਂ ਲੈਣਾ ਚਾਹੁੰਦਾ। ਮਾਤਾ ਜੀ ਨੇ ਕਿਹਾ ਇਹ ਗੁਨਾਹ ਨਹੀਂ ਹੈ, ਤੂੰ ਇਹ ਕੰਮ ਜ਼ਰੂਰ ਕਰ, ਮੈਨੂੰ ਛੇਤੀ ਤੋਂ ਛੇਤੀ ਮੇਰੇ ਪੋਤਿਆਂ ਤੱਕ ਮਿਲਾ ਦੇ। ਇਸ ਕਰਕੇ ਇਹ ਗੱਲ ਜਦਬਾਤ ਹੋਈ। ਗੱਲਬਾਤ ਹੋਣ ਤੋਂ ਬਾਅਦ ਟੋਡਰਮਲ ਨੇ ਆਪਣੀ ਛਾਪ ਵਿੱਚੋਂ ਹੀਰਾ ਕੱਢਿਆ, ਮਾਤਾ ਜੀ ਨੂੰ ਦਿੱਤਾ। ਮਾਤਾ ਜੀ ਨੇ ਉਹ ਹੀਰਾ ਨਿਗਲ ਲਿਆ। ਕੁਛ ਹੀ ਸਮੇਂ ਵਿੱਚ ਮਾਤਾ ਜੀ ਦੀ ਮੌਤ ਹੋ ਗਈ। ਇਹ ਇਤਿਹਾਸ ਜੋ ਹੁਣ ਤੱਕ ਆਪਾਂ ਸੁਣਿਆ ਔਰ ਅੱਜ ਤੋਂ ਪਹਿਲਾਂ ਜੋ ਸੁਣਦੇ ਰਹੇ ਹਾਂ, ਆਓ ਇਸ 'ਤੇ ਥੋੜ੍ਹਾ ਅਸੀਂ ਵਿਚਾਰ ਕਰਦੇ ਹਾਂ, ਇਸ ਦਾ ਵਿਸ਼ਲੇਸ਼ਣ ਕਰਦੇ ਹਾਂ। ਕਿਉਂਕਿ ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਅਗਰ ਸਾਡੇ ਹੱਥੋਂ ਨਿਕਲ ਗਿਆ, ਭਾਵ ਇਸ ਨੂੰ ਅਸੀਂ ਪਾਸੇ ਕਰਕੇ ਰੱਖ ਦਿੱਤਾ, ਤਾਂ ਸਿੱਖ ਇਤਿਹਾਸ ਕਿੱਥੋਂ ਲਿਆਵਾਂਗੇ। ਹੁਣ ਇਸ ਗ੍ਰੰਥ ਦੇ ਅਨੁਸਾਰ 4 ਵੱਡੀਆਂ ਗੱਲਾਂ ਹਨ ਜਿਨ੍ਹਾਂ 'ਤੇ ਆਪਾਂ ਵਿਚਾਰ ਕਰਨੀ ਹੈ। ਹੁਣ ਤੱਕ ਜੋ ਇਤਿਹਾਸ ਵਿੱਚ ਅਸੀਂ ਪੜ੍ਹਿਆ ਸੀ
ਉਹ ਇਹੀ ਸੀ ਕਿ ਇਹ ਜੋ ਹੈ ਸ਼ਹੀਦੀ ਕਿਵੇਂ ਹੋਈ, ਸਾਰੀ ਵਾਰਦਾਤ ਕਿਵੇਂ ਹੋਈ। ਪਹਿਲੀ ਗੱਲ, ਇਸ ਇਤਿਹਾਸ ਦੇ ਵਿੱਚ ਮਾਤਾ ਜੀ ਨੂੰ ਝੂਠ ਬੋਲਦੇ ਹੋਏ ਦਿਖਾਇਆ ਗਿਆ ਹੈ ਕਿ ਇਹ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਨਹੀਂ ਹਨ, ਮੇਰੇ ਪਾਲਕ ਪੁੱਤਰ ਹਨ, ਜਦ ਕਿ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਪੁੱਤਰ ਸਨ। ਚਲੋ ਇਸ ਗੱਲ ਨੂੰ ਅਸੀਂ ਟਾਲ ਸਕਦੇ ਹਾਂ ਕਿ ਮਾਤਾ ਜੀ ਨੇ ਇਸ ਲਈ ਝੂਠ ਬੋਲਿਆ ਹੋਵੇਗਾ ਕਿਉਂਕਿ ਉਹ ਕਿਸੇ ਵੀ ਤਰ੍ਹਾਂ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਸਨ। ਪਰ ਹੁਣ ਤੱਕ ਅਸੀਂ ਹਾਲੇ ਤੱਕ ਕਿਸੇ ਇਤਿਹਾਸ ਵਿੱਚ ਐਸਾ ਅਸੀਂ ਨਹੀਂ ਸੁਣਿਆ ਸੀ। ਪਰ ਇਸ ਕਵੀ ਨੇ ਮਾਤਾ ਜੀ ਨੂੰ ਝੂਠ ਬੋਲਣ ਲਈ ਇਹ ਕਹਿ ਦਿੱਤਾ, ਝੂਠਾ ਸਿੱਧ ਕਰ ਦਿੱਤਾ। ਅਗਲੀ ਗੱਲ ਕਰੀਏ, ਜਦੋਂ ਕਚਹਿਰੀ ਵਿੱਚ ਪੁੱਛਿਆ ਗਿਆ ਵੀ ਤੁਸੀਂ ਮੌਤ ਪ੍ਰਵਾਨ ਕਰੋਗੇ ਜਾਂ ਇਸਲਾਮ ਪ੍ਰਵਾਨ ਕਰੋਗੇ, ਉਸ ਵਿੱਚ ਜਦੋਂ ਸਾਹਿਬਜ਼ਾਦਾ ਫਤਿਹ ਸਿੰਘ ਗੱਲ ਕਰ ਰਿਹਾ, ਫਤਿਹ ਸਿੰਘ ਦੇ ਮੂੰਹੋਂ ਗੱਲ ਕਢਾਈ ਜਾ ਰਹੀ ਹੈ, ਉਹ ਇਹ ਕਹਿ ਰਹੇ ਨੇ ਫਤਿਹ ਸਿੰਘ ਜੀ ਕਿ ਭਾਈ ਅਸੀਂ ਬਲਿਦਾਨ ਦੇਵਾਂਗੇ, ਕੁਰਬਾਨੀ ਦੇਵਾਂਗੇ, ਸ਼ਹੀਦੀ ਦੇਵਾਂਗੇ। ਇਹ ਸ਼ਹੀਦੀ ਦੇਣ ਨਾਲ ਮੁਗਲਾਂ ਦੀ ਜੜ ਪੁੱਟੀ ਜਾਏਗੀ ਅਤੇ ਹਿੰਦੂ ਧਰਮ ਵਿੱਚ ਜਾਗਰਤੀ ਆਏਗੀ। ਭਾਵ ਸ਼ਹੀਦੀ ਸਿਰਫ ਹਿੰਦੂ ਧਰਮ ਵਿੱਚ ਜਾਗਰਤੀ ਲਿਆਉਣ ਲਈ ਜਾਂ ਮੁਸਲਮਾਨਾਂ ਧਰਮ ਦੀ ਜੜ ਪੁੱਟਣ ਲਈ ਦਿੱਤੀ ਗਈ ਹੈ। ਇੱਥੇ ਸਿੱਖੀ ਦਾ, ਸੱਚ ਦਾ, ਗੁਰਮਤ ਦਾ ਕਿਤੇ ਕੋਈ ਜ਼ਿਕਰ ਨਹੀਂ ਹੈ। ਸਿਰਫ ਤੇ ਸਿਰਫ 2 ਪੁਆਇੰਟ ਨੇ, ਇੱਕ ਮੁਗਲਾਂ ਦੀ ਜੜ ਪੁੱਟੀ ਜਾਵੇ ਔਰ ਦੂਸਰਾ ਹਿੰਦੂ ਧਰਮ ਵਿੱਚ ਜਾਗਰਤੀ ਆਵੇ। ਇਹ ਕਵੀ ਨੇ ਲਿਖਿਆ ਹੈ। ਇਹ 2 ਗੱਲਾਂ ਹੋ ਗਈਆਂ। ਤੀਸਰੀ ਗੱਲ, ਹੁਣ ਤੱਕ ਇਤਿਹਾਸ ਵਿੱਚ ਇਹੀ ਪੜ੍ਹਦੇ ਸੁਣਦੇ ਆਏ ਸਾਂ ਕਿ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਪਰ ਇਸ ਇਤਿਹਾਸਕ ਗ੍ਰੰਥ ਕਹੇ ਜਾਂਦੇ ਇਤਿਹਾਸਕ ਗ੍ਰੰਥ ਨੇ ਇੱਕ ਨਵੀਂ ਚੀਜ਼ ਦੇ ਦਿੱਤੀ ਕਿ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਨਹੀਂ ਚਿਣਿਆ ਗਿਆ, ਸਗੋਂ ਉਹਨਾਂ ਨੂੰ ਕਤਲ ਕੀਤਾ ਗਿਆ। 3 ਪੁਆਇੰਟ ਹੁਣ ਤੱਕ ਜੋ ਇਤਿਹਾਸ ਵਿੱਚ ਅਸੀਂ ਸੁਣਦੇ ਸੀ, ਇਸ ਇਤਿਹਾਸਕ ਗ੍ਰੰਥ ਨੇ ਉਹਨਾਂ ਨੂੰ ਰਿਵਰਟ ਕਰ ਦਿੱਤਾ, ਉਲਟਾ ਕਰ ਦਿੱਤਾ, ਨਵੀਂ ਚੀਜ਼ ਪੇਸ਼ ਕਰ ਦਿੱਤੀ। ਔਰ ਸਭ ਤੋਂ ਦੁਖਦਾਇਕ, ਸਭ ਤੋਂ ਖਤਰਨਾਕ ਜੋ ਗੱਲ ਇਸ ਲਿਖਾਰੀ ਨੇ ਲਿਖੀ ਹੈ, ਉਹ ਮਾਤਾ ਜੀ ਦੇ ਬਾਰੇ ਲਿਖੀ ਹੈ। ਜਦੋਂ ਬੱਚਿਆਂ ਬਾਰੇ ਸੁਣਿਆ, ਮਾਤਾ ਜੀ ਨੂੰ ਦੰਦਲ ਪੈ ਗਈ। ਦੰਦਲ ਟੋਡਰਮਲ ਨੇ ਭੰਨੀ, ਪਰ ਉਦੋਂ ਬਾਅਦ 'ਚ ਜਦੋਂ ਦੁਬਾਰਾ ਫਿਰ ਸੁਣਿਆ ਸਾਹਿਬਜ਼ਾਦੇ ਸ਼ਹੀਦ ਹੋ ਗਏ ਹਨ, ਅਤੇ ਮਾਤਾ ਜੀ ਨੇ ਦਿਲ ਛੱਡ ਦਿੱਤਾ, ਆਪਣਾ ਸਿਰ ਉਸ ਬੁਰਜ ਵਿੱਚ ਮਾਰਿਆ, ਸਿਰ ਫਟ ਗਿਆ। ਇੱਥੇ ਹੀ ਵਸ ਨਹੀਂ, ਹੁਣ ਤੱਕ ਅਸੀਂ ਇਹੀ ਸੁਣਦੇ ਆਏ ਸਾਂ ਕਿ ਮਾਤਾ ਜੀ ਨੂੰ ਜ਼ਾਲਮਾਂ ਨੇ ਸ਼ਹੀਦ ਕਰ ਦਿੱਤਾ, ਠੰਡੇ ਬੁਰਜ ਵਿੱਚੋਂ ਧੱਕਾ ਦੇ ਦਿੱਤਾ, ਧੱਕਾ ਦੇ ਕੇ ਮਾਤਾ ਜੀ ਦੀ ਸ਼ਹਾਦਤ ਕੀਤੀ। ਪਰ ਹੁਣ ਇਹ ਗੱਲ ਹੋ ਗਈ ਹੈ ਕਿ ਮਾਤਾ ਜੀ ਦੀ ਸ਼ਹਾਦਤ ਨਹੀਂ ਹੋਈ, ਸਗੋਂ ਮਾਤਾ ਜੀ ਨੇ ਸੁਸਾਈਡ ਕੀਤਾ, ਆਤਮ ਹੱਤਿਆ ਕੀਤੀ ਹੈ। ਹੀਰਾ ਨਿਗਲ ਕੇ ਆਤਮ ਹੱਤਿਆ ਕੀਤੀ ਹੈ। ਮਾਤਾ ਜੀ ਜਿਨ੍ਹਾਂ ਦਾ ਇਤਿਹਾਸ ਵਿੱਚ ਇਤਨਾ ਸ਼ਾਨਦਾਰ ਇਤਿਹਾਸ ਹੈ ਕਿ ਉਹਨਾਂ ਦੇ ਪਤੀ ਉਸ ਵੇਲੇ ਸ਼ਹੀਦ ਕਰ ਦਿੱਤੇ ਗਏ ਜਦੋਂ ਹਾਲੇ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਦੀ ਸੀ। ਗੁਰੂ ਗੋਬਿੰਦ ਸਿੰਘ ਜੀ ਨੂੰ 9 ਸਾਲ ਦੀ ਉਮਰ ਤੋਂ ਇਸ ਤਰ੍ਹਾਂ ਦੀ ਸਿੱਖਿਆ ਦਿੱਤੀ, ਇਸ ਤਰ੍ਹਾਂ ਦੀ ਉਹਨਾਂ ਦੀ ਪੜ੍ਹਾਈ ਲਿਖਾਈ ਕਰਾਈ ਕਿ ਦੁਨੀਆ ਵਿੱਚ ਜੋ ਇਤਿਹਾਸ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਰਜਿਆ ਹੈ, ਹਾਲੇ ਤੱਕ ਸਾਨੂੰ ਕੋਈ ਅਜਿਹਾ ਇਤਿਹਾਸ ਹੋਰ ਪੜ੍ਹਨ ਨੂੰ ਨਹੀਂ ਮਿਲਿਆ। ਉਹ ਸਾਰੀ ਮਿਹਨਤ, ਸਾਰਾ ਉਦਮ, ਸਾਰਾ ਯੋਗਦਾਨ ਇਸ ਮਹਾਨ ਮਾਤਾ ਜੀ ਦਾ ਸੀ। ਮਾਤਾ ਜੀ ਨੇ ਉਸ ਵੇਲੇ ਦਿਲ ਨਹੀਂ ਛੱਡਿਆ ਜਦੋਂ ਅਨੰਦਪੁਰ ਸਾਹਿਬ ਵਿੱਚ ਉਹਨਾਂ ਦੇ ਪਤੀ ਦਾ ਸੀਸ ਆਇਆ ਸੀ। ਮਾਤਾ ਜੀ ਨੇ ਉਦੋਂ ਦਿਲ ਨਹੀਂ ਛੱਡਿਆ ਜਦੋਂ ਮਹਿਲਾਂ ਵਰਗੇ ਕਿਲੇ ਛੱਡ ਕੇ ਘਰੋਂ ਬੇਘਰ ਹੋ ਕੇ ਸਰਸਾ ਨਦੀ 'ਤੇ ਪਰਿਵਾਰ ਵਿਛੋੜਾ ਹੋ ਗਿਆ। ਮਾਤਾ ਜੀ ਨੇ ਉਦੋਂ ਦਿਲ ਨਹੀਂ ਛੱਡਿਆ ਜਦੋਂ ਉਹਨਾਂ ਨੂੰ ਪੁਲਿਸ ਨੇ ਫੜ ਕੇ ਅਤੇ ਨਵਾਬ ਦੇ ਕੋਲ, ਸਰਹੰਦ ਦੇ ਨਵਾਬ ਦੇ ਕੋਲ ਦੇ ਦਿੱਤਾ ਸੀ। ਮਾਤਾ ਇਤਨੀ ਬਹਾਦਰ, ਜਿਸ ਦਾ ਸਿੱਖ ਇਤਿਹਾਸ ਵਿੱਚ ਇੱਕ ਸੁਨਹਿਰੀ ਸਥਾਨ ਸੀ, ਉਸ ਨੂੰ ਇਸ ਗ੍ਰੰਥ ਦੇ ਲਿਖਾਰੀ ਨੇ ਇੱਕ ਕਮਜ਼ੋਰ, ਇੱਕ ਡਰਪੋਕ, ਇੱਕ ਕਮਦਿਲੀ ਮਾਤਾ ਸਿੱਧ ਕਰ ਦਿੱਤਾ ਅਤੇ ਉਸ ਨੂੰ ਆਤਮ ਹੱਤਿਆ ਕਰਨ ਵਾਲੀ ਮਾਤਾ ਕਹਿ ਦਿੱਤਾ। ਹੁਣ ਅਸੀਂ ਇਹ ਵਿਚਾਰ ਕਰਨਾ ਕਿ ਇਹ ਲਿਖਾਰੀ ਸਿੱਖ ਧਰਮ ਦੇ ਉਥਾਨ ਦੀ, ਸਿੱਖ ਧਰਮ ਦੇ ਚੜ੍ਹਦੀ ਕਲਾ ਦੀ, ਸਿੱਖ ਧਰਮ ਦੀ ਕੋਈ ਹਾਈ ਸਪਿਰਿਟ ਦੀ ਗੱਲ ਕਰ ਰਿਹਾ ਹੈ ਜਾਂ ਸਾਡੇ ਇਤਿਹਾਸ ਨੂੰ ਰਲਗੱਡ ਕਰ ਰਿਹਾ ਹੈ, ਸਾਡੇ ਇਤਿਹਾਸ ਨੂੰ ਕਮਜ਼ੋਰ ਕਰ ਰਿਹਾ ਹੈ। ਇਹ ਅਸੀਂ ਵਿਚਾਰ ਕਰਨੀ ਹੈ। ਅਜਿਹਾ ਇਤਿਹਾਸ
ਸਾਰਾ ਇਸ ਗ੍ਰੰਥ ਵਿੱਚ ਇਵੇਂ ਲਿਖਿਆ ਗਿਆ। ਸਿੱਖੀ ਦੀ ਗੱਲ ਗੁਰੂ ਸਾਹਿਬ ਦੀ ਜਾਂ ਕਿਤੇ ਉਸਤਤ ਕੀਤੀ ਹੈ, ਉਹ ਸਿਰਫ ਇਸ ਲਈ ਕੀਤੀ ਹੈ ਕਿ ਅੱਗੇ ਜਿਵੇਂ ਖੇਲ ਦੇ ਮੈਦਾਨ ਵਿੱਚ ਜਿਹੜੇ ਸ਼ੈਤਾਨ ਪਲੇਅਰ ਹੁੰਦੇ ਆ, ਉਹ ਕੀ ਕਰਦੇ, ਝਕਾਨੀ ਦਿੰਦੇ, ਝਕਾਨੀ ਦੇ ਕੇ ਫਿਰ ਉਹ ਗੋਲ ਕਰਦੇ ਆ। ਇਸੇ ਤਰ੍ਹਾਂ ਇਹ ਜੋ ਲਿਖਾਰੀ ਹੈ, ਇਹ ਸਾਨੂੰ ਹਰ ਵੇਲੇ ਝਕਾਨੀ ਦੇ ਕੇ, ਸਾਨੂੰ ਗੁਰੂ ਦੀ ਉਸਤਤ ਕਰ ਕਰਕੇ, ਸਾਨੂੰ ਇਹ ਸ਼ਹਿਦ ਪੈਦਾ ਕਰਕੇ ਉਸਤਤ ਵਾਲਾ, ਉਹਦੇ ਵਿੱਚ ਜ਼ਹਿਰ ਵਲੇਟ ਕੇ ਦੇਈ ਜਾ ਰਿਹਾ, ਅਸੀਂ ਖਾਈ ਜਾ ਰਹੇ ਹਾਂ। ਇਹੀ ਕਾਰਨ ਹੈ ਕਿ ਸਿੱਖ ਧਰਮ ਖੜੋਤ ਵਿੱਚ ਹੀ ਨਹੀਂ, ਮਿਹਨਤ ਵਿੱਚ ਹੈ। ਜਿਤਨਾ ਉਦਮ ਕਰਦੇ ਹਾਂ ਉਤਨਾ ਪਿਛਾਂਹ ਨੂੰ ਜਾਂਦੇ ਹਾਂ। ਅਤੇ ਸੋਚਣਾ ਵਿਚਾਰਨਾ ਅਸੀਂ ਇਹ ਹੈ ਕਿ ਅਸੀਂ ਇਸ ਗ੍ਰੰਥ ਦੇ ਸਿੱਖ ਬਣਨਾ ਜਾਂ ਗੁਰੂ ਗ੍ਰੰਥ ਦੇ ਸਿੱਖ ਬਣਨਾ ਹੈ। ਅੱਜ ਦੀਆਂ ਵਿਚਾਰਾਂ ਇਤਨੀਆਂ ਹੀ ਹਨ। ਅਤੇ ਜੇਕਰ ਇਹ ਉਪਰਾਲਾ, ਇਹ ਉਦਮ ਚੰਗਾ ਲੱਗੇ, ਧਰਮ ਦੀ ਖੋਜ ਦਾ ਉਦਮ ਜੋ ਚੰਗਾ ਲੱਗੇ, ਪਸੰਦ ਆਵੇ, ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨ ਅਤੇ ਇਸ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ MA ਇਸ ਨੂੰ ਸਬਸਕ੍ਰਾਈਬ ਕਰਨ, ਅਤੇ ਤਾਂ ਕਿ ਇਹ ਸੱਚ ਦਾ ਗਿਆਨ ਅਸੀਂ ਹਰ ਸਿੱਖ ਦੇ ਘਰ ਤੱਕ, ਹਰ ਸਿੱਖ ਤੱਕ ਇਸ ਨੂੰ ਪਹੁੰਚਾ ਸਕੀਏ। ਸ਼ਾਇਦ ਮਾਲਕ ਕਿਰਪਾ ਕਰਨ, ਗੁਰੂ ਨਾਨਕ ਦਾ ਯੁੱਗ ਫਿਰ ਵਾਪਸ ਆ ਜਾਏ। ਗੁਰੂ ਗੋਬਿੰਦ ਸਿੰਘ ਦੇ ਕੀਤੇ ਹੋਏ ਪਰਉਪਕਾਰ ਅਸੀਂ ਉਹਨਾਂ ਨੂੰ ਯਾਦ ਕਰ ਸਕੀਏ, ਕੁਛ ਲਾਹਾ ਲੈ ਸਕੀਏ। ਇਨ੍ਹਾਂ ਵਿਚਾਰਾਂ ਨਾਲ ਇੱਥੇ ਹੀ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।